ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ भूलना नायत जी। के मालिक, कलयुगी जीवों के उद्धारकर्ता, साहिबे सहाबा जोत रूप हर आप, महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमई नायतमई श्री चरण कमलां च विराजमान गुरु प्यारी साध संगत, गुरुदेव जी दी महान बख्शिश दा सदका साडे सारियां दे सिर ते कमलां ते टिकिया है ते साहिब जियां ने मेहर भरिया हथ साडे सिर ते रखिया होया। गुरुदेव जी दे शब्द रूपी कदमां नूं गलवकड़ी करदियां चरण चुमदियां होया गुरु की अमृत फतेह द्वारा सांझ बनाइए। इतना प्रेम सहित आपने श्रवण किया कि तमाम गैबी शक्तियां गुरु हरगोबिंद साहिब जी दे चरण कमलों विच मनुखी रूप च हाजिर होईयां। महाराज जी दी बहुत महिमा की, आख्या तुसी सदा ही साडी राखी करदे हो और गुरु असीस लैके अपने अपने धाम नूं प्रस्थान कीतियां। महाराज सच्चे पातशाह जी ने सारे परिवार नूं मुखातब होंदियां आखिया जो किसी दी भावना होवे वो साडे कोलों लै लो, सानू दस देवो, कहो सो निज निज कांखा, अंत समा हम अपनों भाखा। साडे शरीर दा अंत समा असी कह दिता है। श्री हर राय संग पुन कहो, जथा जोग करबो जिम लह्यो। भाई जो करना है नहीं करना है वो सारा महाराज सच्चे पातशाह जी ने अपने जात थापे श्री गुरु हर राय साहब जी नूं आख्या है। ये पावन पवित्र विचार एकाग्रता सहित सरवण कर सकीए।
ਪ੍ਰਥਮ ਸਤਿਗੁਰੂ ਜੀ ਦੇ ਚਰਨ ਆਪਣੀ ਰਸਨਾ ਤੇ ਪਾਉਂਦਿਆਂ ਹੋਇਆਂ ਸਾਰੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਗੁਰੂ ਹਰਗੋਬਿੰਦ ਇੱਕ ਦਫਾ ਫਿਰ ਆਖੋ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸ੍ਰੀ ਹਰਿ ਰਾਏ ਸੰਗ ਪੁਨ ਕਹਿਓ। ਫਿਰ ਮਹਾਰਾਜ ਜੀ ਨੇ ਸ੍ਰੀ ਹਰਿ ਰਾਏ, ਹਰੀ ਰਾਜਾ ਜੋ ਹੈ ਪਾਰ ਬ੍ਰਹਮ ਪਰਮੇਸ਼ਵਰ ਜੋਤ ਹਨ, ਸਤਵੇਂ ਗੁਰੂ ਨਾਨਕ ਗੁਰੂ ਹਰਿ ਰਾਏ ਸਾਹਿਬ ਜੀਆਂ ਨੂੰ ਮੀਰੀਆਂ ਪੀਰੀਆਂ ਦੇ ਦਾਤੇ ਨੇ ਇਸ ਤਰ੍ਹਾਂ ਆਖਿਆ ਹਨ, ਜਥਾ ਜੋਗ ਕਰਬੋ ਜਿਮ ਲਹਿਓ। ਵੀ ਜੋ ਯੋਗ ਹੈ ਜੋ ਕਰਨਾ ਹੈ ਤੇ ਜੋ ਅਯੋਗ ਹੈ ਉਹ ਨਹੀਂ ਕਰਨਾ ਹੈ। ਮਹਾਰਾਜ ਜੀ ਕਹਿ ਰਹੇ ਹਨ ਤੇ ਭਾਵੇਂ ਗੁਰਤਾ ਗੱਦੀ ਤੇ ਬਿਰਾਜਮਾਨ ਨੇ ਗੁਰੂ ਹਰਿ ਰਾਏ ਸਾਹਿਬ ਤੇ ਸਾਹਮਣੇ ਖੜੇ ਹੋ ਕੇ ਸੁਣ ਰਹੇ ਹਨ। ਇਹ ਸਾਧ ਸੰਗਤ ਜੀ ਬਹੁਤ ਵੱਡੀ ਬੁਲੰਦ ਆਤਮਕ ਅਵਸਥਾ ਕਿਸੇ ਦੀ ਹੋਵੇ ਤਾਂ ਉਹ ਗੁਰੂ ਦੇ ਬੋਲ ਸੁਣਨ ਲਈ ਤਿਆਰ ਹੁੰਦਾ ਹੈ, ਵਰਨਾ ਬਹੁਤ ਦਫਾ ਮਨੁੱਖ ਸੁਣਾਉਣ ਲਈ ਤਿਆਰ ਹੁੰਦਾ ਹੈ, ਆਪਣੀ ਗੱਲ ਕਰਦਾ ਹੈ, ਦੂਜੇ ਦੀ ਨਹੀਂ ਸੁਣਦਾ। ਇਹ ਮਹਾਰਾਜ ਜੀ ਨੇ ਸਾਨੂੰ ਦਰਸਾਇਆ ਕਿ ਭਾਵੇਂ ਤੁਸੀਂ ਕਿਤਨੇ ਵਿਦਵਾਨ ਹੋ, ਮਹਾਨ ਹੋਵੋ, ਪਰ ਜੇ ਕੋਈ ਪਾਰ ਬ੍ਰਹਮ ਪਰਮੇਸ਼ਵਰ ਦੀ ਗੱਲ ਸੁਣਾਏ ਤਾਂ ਸੁਣ ਲੈਣੀ ਚਾਹੀਦੀ ਹੈ। ਸੁਭਾਗਸ਼ਾਲੀ ਐਸੇ ਲੋਕ ਹੁੰਦੇ ਨੇ ਜੋ ਗੁਰੂ ਦੇ ਬਚਨਾਂ ਨੂੰ ਧਿਆਨਪੂਰਵਕ ਸਰਵਣ ਕਰਦੇ ਨੇ, ਤੇ ਮੂਰਖ ਮਤ ਵਾਲੇ ਹਮੇਸ਼ਾ ਵਿਰੋਧ ਕਰਦੇ ਰਹਿੰਦੇ। ਉਹਨਾਂ ਨੂੰ ਸਤਿਗੁਰੂ ਜੀ ਦੇ ਚਰਨ ਕਮਲਾਂ ਦੀ, ਚਰਨ ਰਸ ਦੀ ਬਰਕਤ ਦਾ ਬੋਧ ਨਹੀਂ ਹੁੰਦਾ, ਗਿਆਨ ਨਹੀਂ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਆਪ ਮੰਗ ਕਰਦੇ ਨੇ, ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ। ਹੇ ਪਾਰ ਬ੍ਰਹਮ ਪਰਮੇਸ਼ਵਰ, ਮੈਂ ਤੇਰੇ ਚਰਨਾਂ 'ਚ ਪ੍ਰਾਰਥਨਾ ਕਰਦਾ ਹੋਇਆ ਤੇਰੇ ਕੋਲੋਂ ਯਾਚਨਾ ਕਰਦਾ ਹਾਂ ਕਿ ਜਿਨ੍ਹਾਂ ਦਾ ਹਿਰਦਾ ਤੇਰੇ ਨਾਮ ਨਾਲ ਜੁੜ ਗਿਆ, ਉਹਨਾਂ ਦੇ ਕਦਮਾਂ ਦੀ ਖਾਕ ਮੇਰੇ ਮਸਤਕ ਤੇ ਲੱਗ ਜਾਵੇ। ਧੂੜੀ ਵਿੱਚ ਲੜੁੰਦੜੀ ਸੋਹਾ ਨਾਨਕ ਤੈਂ ਸਹਿ ਨਾਲੇ, ਤੇਰੇ ਨਾਲ ਰਹਿਣਾ ਨਸੀਬ ਹੋਵੇ। ਤੇਰੇ ਕਦਮਾਂ ਦੀ ਖਾਕ ਮੇਰੇ ਮਸਤਕ ਦਾ ਸ਼ਿੰਗਾਰ ਤੇ ਜੀਵਨ ਦਾ ਆਧਾਰ ਬਣ ਜਾਏ। ਮੈਨੂੰ ਇੱਕ ਗਾਥਾ ਖਿਆਲ 'ਚ ਆ ਗਈ, ਟੂਕ ਮਾਤਰ ਆਪ ਜੀ ਨਾਲ ਸਾਂਝੀ ਕਰਦੇ ਹਾਂ। ਅਯੁੱਧਿਆ ਦੀ ਇਹ ਗਾਥਾ ਹੈ। ਉਹਨਾਂ ਦਿਨਾਂ ਵਿੱਚ ਮਹਾਕਵੀ ਰਹੀਮ ਜੀ ਤੇ ਗੋਸਵਾਮੀ ਤੁਲਸੀਦਾਸ ਜੀ ਅਯੁੱਧਿਆ ਵਿੱਚ ਇਕੱਠੇ ਹੋਏ। ਇੱਕ ਬਹੁਤ ਸੋਹਣੇ ਦਰਖਤ ਦੇ ਹੇਠਾਂ ਬਿਰਾਜੇ ਹੋਏ ਸਨ। ਦੁਪਹਿਰ ਦਾ ਵਕਤ ਸੀ ਤੇ ਸਰੀਊ ਨਦੀ ਚੋਂ ਨਹਾ ਕੇ ਇੱਕ ਹਾਥੀ ਬਾਹਰ ਨਿਕਲਿਆ। ਗਰਮੀ ਦਾ ਮੌਸਮ ਸੀ ਤੇ ਬਾਹਰ ਨਿਕਲਦਿਆਂ ਸਾਰ ਜ਼ਮੀਨ ਖੋਦ ਕੇ ਧੂੜ ਜਿਹੜੀ ਸੀ ਉਹ ਆਪਣੇ ਜਿਸਮ ਤੇ ਪਾਉਣ ਲੱਗ ਪਿਆ। ਬਾਰ-ਬਾਰ ਧੂੜ ਆਪਣੇ ਸਰੀਰ ਤੇ ਪਾਵੇ। ਜੀਵ ਵਿਗਿਆਨੀ ਕਹਿੰਦੇ ਨੇ ਹਾਥੀ ਇਸ ਲਈ ਇਹ ਕਿਰਿਆ ਕਰਦਾ ਹੈ, ਨਹਾ ਕੇ ਆਪਣੇ ਸਰੀਰ ਤੇ ਮਿੱਟੀ ਪਾਉਂਦਾ ਹੈ ਤਾਂ ਕਿ ਉਹ ਮਿੱਟੀ ਦੀ ਇੱਕ ਲੇਅਰ ਬਣ ਜਾਵੇ ਤੇ ਮੱਖੀ ਮੱਛਰ ਦਾ ਜਿਹੜਾ ਡੰਕ ਹੈ ਉਸ ਨੂੰ ਨਾ ਅਸਰ ਕਰੇ, ਆਪਣੇ ਸਰੀਰ ਤੇ ਇੱਕ ਲੇਪ ਕਰ ਲੈਂਦਾ। ਚਲੋ ਵਿਗਿਆਨੀਆਂ ਦਾ ਆਪਣਾ ਤਰੀਕਾ ਹੈ ਸਮਝਣ ਦਾ। ਜਿਤਨੀ ਗਹਿਰਾਈ ਤੱਕ ਬ੍ਰਹਮ ਗਿਆਨ ਗਿਆ, ਧਰਮ ਗਿਆ, ਵਿਗਿਆਨ ਅਜੇ ਉਤਨੀ ਗਹਿਰਾਈ ਤੱਕ ਨਹੀਂ ਪਹੁੰਚਿਆ।
ਇੱਕ ਹੋਰ ਵੀ ਕਾਰਨ ਹੈ, ਜਿੱਥੇ ਧਰਮ ਨਾਲ ਜੁੜਿਆ ਹੋਇਆ ਹਿਰਦਾ ਨਿਰਮਾਣ ਹੁੰਦਾ ਹੈ, ਉੱਥੇ ਦੁਨੀਆ ਦੇ ਗਿਆਨ ਵਿਗਿਆਨ ਦਾ ਮਨੁੱਖ ਨੂੰ ਅਭਿਮਾਨ ਹੁੰਦਾ, ਉਹ ਦੂਰ ਕਰ ਛੱਡਦਾ। ਉਹ ਨੇੜੇ ਹੋਣ ਦੇ ਬਾਵਜੂਦ ਨੇੜਤਾ ਪ੍ਰਾਪਤ ਨਹੀਂ ਹੋਣ ਦਿੰਦਾ। ਜੀਵ ਵਿਗਿਆਨੀ ਜੋ ਕਹਿੰਦੇ ਨੇ ਉਹ ਇਹੀ ਦੱਸਦੇ ਨੇ ਕਿ ਹਾਥੀ ਨਹਾ ਕੇ ਫਿਰ ਖਾਕ ਮਿੱਟੀ ਆਪਣੇ ਜਿਸਮ ਤੇ ਪਾਉਂਦਾ ਹੈ, ਇੱਕ ਤਰ੍ਹਾਂ ਦਾ ਲੇਪਨ ਕਰਦਾ ਹੈ ਕਿ ਮੱਛਰ ਮੱਖੀ ਦਾ ਡੰਕ ਉਸ ਨੂੰ ਨਾ ਲੱਗੇ ਤੇ ਬਚਿਆ ਰਹੇ। ਪੂਛ ਉਹਦੀ ਛੋਟੀ ਹੁੰਦੀ। ਮਹਾਕਵੀ ਰਹੀਮ ਦੇ ਹਿਰਦੇ ਦੀ ਗਹਿਰਾਈ ਦੇਖਣ ਲਈ ਗੋਸਵਾਮੀ ਤੁਲਸੀ ਜੀ ਨੇ ਸਵਾਲ ਕੀਤਾ, ਧੂਰ ਧਰਤ ਨਿਜ ਸੀਸ ਪਰ ਕਹੋ ਰਹੀਮ ਕੇਹੂ ਕਾਜ। ਇਹ ਹੁਣੇ ਹੁਣੇ ਹਾਥੀ ਨਹਾ ਕੇ ਨਿਕਲਿਆ, ਹਾਥੀ ਨੀਰ ਨਵਾਲੀਐ ਸਿਰਸਾਰ ਉਡਾਵੇ। ਹੁਣੇ ਹੁਣੇ ਨਹਾ ਕੇ ਸਰਿਊ ਪਾਵਨ ਨਦੀ ਚੋਂ ਨਿਕਲਿਆ, ਜਿੱਥੇ ਸ਼੍ਰੀ ਰਾਮ ਇਸ਼ਨਾਨ ਕਰਦੇ ਰਹੇ, ਭਰਾਤਾ ਲਕਸ਼ਮਣ ਇਸ਼ਨਾਨ ਕਰਦੇ ਰਹੇ, ਤੇ ਮਹਾਯੋਗੀ ਮਹਾਰਾਜ ਦਸ਼ਰਥ ਇਸ਼ਨਾਨ ਕਰਦੇ ਰਹੇ। ਉਸ ਨਦੀ ਚੋਂ ਨਹਾ ਕੇ ਫਿਰ ਮਿੱਟੀ ਪਾ ਰਿਹਾ। ਕਾਰਨ ਕੀ ਹੋ ਸਕਦਾ? ਧੂਰ ਧਰਤ ਨਿਜ ਸੀਸ ਪਰ ਕਹੋ ਰਹੀਮ ਕੇਹੂ ਕਾਜ। ਤੇ ਉਹ ਵੀ ਆਤਮਦਰਸ਼ੀ ਸੀ। ਆਖਣ ਲੱਗਾ ਕਾਰਨ ਇਹ ਹੈਗਾ, ਜਾ ਰਜ ਮੁਨੀ ਪਤਨੀ ਤਰੀ ਸੋ ਖੋਜਤ ਗਜਰਾਜ। ਹੇ ਗੋਸਵਾਮੀ ਤੁਲਸੀ ਜੀ, ਮੈਨੂੰ ਇੰਜ ਲੱਗਦਾ ਹੈ ਕਿ ਜਿਹੜੀ ਸ਼੍ਰੀ ਰਾਮ ਦੇ ਕਦਮਾਂ ਦੀ ਧੂੜ ਪੱਥਰ ਬਣੀ ਹੋਈ ਅਹਿਲਿਆ ਨੂੰ ਪ੍ਰਾਪਤ ਹੋਈ ਤੇ ਉਹ ਫਿਰ ਦੇਵੀ ਰੂਪ ਵਿੱਚ ਪ੍ਰਗਟ ਹੋ ਗਈ। ਮੈਨੂੰ ਲੱਗਦਾ ਹੈ ਹਾਥੀ ਪਸ਼ੂ ਨਹੀਂ ਹੈ, ਬਹੁਤ ਸਿਆਣਾ ਹੈ। ਇਹ ਉਹੀ ਧੂੜ ਲੱਭਦਾ ਪਿਆ ਹੈ ਕਿ ਮੇਰੇ ਮਸਤਕ ਤੇ ਵੀ ਪੈ ਜਾਏ। ਰਾਮ ਇੱਥੇ ਫਿਰਦੇ ਰਹੇ ਨੇ, ਰਾਮ ਇੱਥੇ ਚਰਨ ਪਾਉਂਦੇ ਰਹੇ ਨੇ, ਸ਼੍ਰੀ ਰਾਮ ਇੱਥੇ ਇਸ਼ਨਾਨ ਕਰਦੇ ਰਹੇ ਨੇ, ਤੇ ਮੈਂ ਵੀ ਇਸ ਅੰਮ੍ਰਿਤ ਧਾਰਾ ਵਿੱਚ ਇਸ਼ਨਾਨ ਕਰਾਂ ਤੇ ਪਵਿੱਤਰ ਹੋ ਜਾਵਾਂ। ਸੱਚ ਜਾਣਨਾ, ਜਿੱਥੇ ਤੁਸੀਂ ਬੈਠੇ ਹੋ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਲ ਲੀਲਾ ਕਰਦੇ ਰਹੇ। ਇਹ ਗੰਗਾ ਦੀਆਂ ਤਰੰਗਾਂ ਉਹਨਾਂ ਦੇ ਇਸ਼ਨਾਨ ਦਾ ਜਲ ਹੈਗਾ ਹੈ। ਤੇ ਜਿੱਥੇ ਆਪ ਮਸਤਕ ਰੱਖ ਰਹੇ ਹੋ, ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਦਮਾਂ ਦੀ ਖਾਕ ਮੌਜੂਦ ਹੈ। ਉਹ ਗੈਬੀ ਤਰੰਗਾਂ ਮੌਜੂਦ ਨੇ। ਮਹਾਂਪੁਰਖ ਸੰਤ ਬਾਬਾ ਗੁਰਮੀਤ ਸਿੰਘ ਜੀ ਖੋਸਾ ਕੋਟਲਾ ਵਾਲੇ ਨਿਹਾਇਤ ਹੀ ਵਿਦਵਾਨ, ਆਲਮ ਫਾਜ਼ਲ ਔਰ ਪ੍ਰਭੂ ਦੀ ਪ੍ਰਕਿਰਤੀ ਨੂੰ ਬੜੀ ਗਹਿਰਾਈ ਨਾਲ ਸਮਝਣ ਵਾਲੇ ਨੇ। ਇਸ ਗੱਲ ਨੂੰ ਜਾਣਦੇ ਨੇ ਕਿ ਕਿਸੇ ਵੀ ਮਹਾਂਪੁਰਖ ਦੀਆਂ ਅਧਿਆਤਮਕ ਤਰੰਗਾਂ ਜਿੱਥੋਂ ਲੰਘਦਾ ਉੱਥੇ ਹੁੰਦੀਆਂ ਨੇ। ਸਭ ਜਗ੍ਹਾ ਜਿੱਧਰੋਂ ਦੀ ਨਿਕਲਦਾ ਉੱਧਰ ਹੁੰਦੀਆਂ ਨੇ, ਪਰ ਸਭ ਤੋਂ ਜ਼ਿਆਦਾ ਦੋ ਜਗ੍ਹਾ ਹੁੰਦੀਆਂ ਨੇ। ਇੱਕ ਜਿੱਥੇ ਉਸ ਮਹਾਂਪੁਰਖ ਨੇ ਸਰੀਰ ਧਾਰਨ ਕੀਤਾ ਹੁੰਦਾ ਹੈ, ਤੇ ਦੂਜਾ ਜਿੱਥੇ ਉਸਨੇ ਸਰੀਰ ਨਿਵਾਰਨ ਕੀਤਾ ਹੁੰਦਾ। ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਦੇਖੋ, ਗੁਰੂ ਤੇਗ ਬਹਾਦਰ ਜੀ ਨੇ ਉੱਥੇ ਸਰੀਰ ਧਾਰਨ ਕੀਤਾ। ਤੇ ਸ੍ਰੀ ਸੀਸਗੰਜ ਸਾਹਿਬ ਬੈਠ ਕੇ ਦੇਖੋ, ਉੱਥੇ ਨਿਵਾਰਨ ਕੀਤਾ। ਆਪਣੇ ਆਪ ਹਿਰਦਾ ਜੁੜਦਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਨਮ ਸਥਾਨ ਅਧਿਆਤਮਕ ਤਰੰਗਾਂ ਦਾ ਮਹਾਸਾਗਰ ਹੈ। ਇੱਥੇ ਜਾਪ ਕਰਦਿਆਂ ਹੋਇਆਂ ਆਪਣੇ ਆਪ ਉਹ ਮਹਿਸੂਸ ਹੋਣ ਲੱਗ ਪੈਂਦਾ। ਨਿਤਨੇਮ ਕਰਦਿਆਂ ਹੋਇਆਂ ਮਹਿਸੂਸ ਹੋਣ ਲੱਗ ਪੈਂਦਾ, ਤੇ ਮਨੁੱਖ ਦਾ ਰੋਮ ਰੋਮ ਆਤਮ ਰਸ ਦਾ ਸਾਗਰ ਬਣ ਜਾਂਦਾ। ਪਰ ਮਨੁੱਖ ਨੂੰ ਸੁਣਨਾ ਆ ਜਾਏ ਵੀ ਗੁਰੂ ਦੀ ਗੱਲ ਨੂੰ ਸੁਣਨਾ ਹੈ,
ਭਾਵੇਂ ਗੁਰੂ ਪਦਵੀ ਤੇ ਬੈਠੇ ਨੇ, ਮਹਾਰਾਜ ਨੇ 5 ਪੈਸੇ ਨਾਰੀਅਲ ਰੱਖ ਕੇ ਪਰਿਕਰਮਾ ਕਰਕੇ ਬਾਬਾ ਬੁੱਢਾ ਜੀ ਦੀ ਅੰਸ਼ ਭਾਈ ਭਾਨਾ ਜੀ ਤੋਂ ਤਿਲਕ ਵੀ ਲਗਵਾ ਦਿੱਤਾ, ਤੇ ਫੇਰ ਵੀ ਗੁਰੂ ਹਰਿਰਾਏ ਸਾਹਿਬ ਹੱਥ ਜੋੜ ਕੇ ਸਿਰ ਝੁਕਾ ਕੇ ਸੁਣ ਰਹੇ ਹਨ। ਇੱਕ ਦਫਾ ਆਖੋ ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ। ਇਸ ਤਰ੍ਹਾਂ ਸ੍ਰੀ ਹਰਿਰਾਏ ਸੰਗ ਪੁਨ ਕਹਿਓ, ਜਥਾ ਜੋਗ ਕਰਬੋ ਜਿਮ ਚੱਲਹਿਓ। ਯਥਾ ਯੋਗ ਜਿੱਥੇ ਜੋ ਕਰਨਾ ਹੈ ਉਹ ਪ੍ਰਾਪਤ ਹੋਏ। ਹਾਂਜੀ, ਸੋ ਤੁਮ ਕਰੋ ਸਦਾ ਉਪਦੇਸ਼। ਮਹਾਰਾਜ ਕਹਿਣ ਲੱਗੇ ਉਹ ਉਪਦੇਸ਼ ਤੁਸੀਂ ਸਦਾ ਹੀ ਕਰਨਾ ਹੈ, ਜਿਹੜਾ ਟੁੱਟਿਆ ਹੋਇਆ ਹਿਰਦਿਆਂ ਨੂੰ ਪਰਮਾਤਮਾ ਨਾਲ ਜੋੜ ਦੇਵੇ। ਜਾਂ ਇੰਝ ਕਹੋ ਇੱਥੇ ਗੁਰੂ ਸੇਵਕ ਨੂੰ ਸਿੱਖਿਆ ਨਹੀਂ ਦੇ ਰਿਹਾ, ਇੱਥੇ ਗੁਰੂ ਖੁਦ ਨੂੰ ਹੀ ਸਿੱਖਿਆ ਦਿੰਦਾ ਪਿਆ। ਖੁਦ ਦਾ ਖੁਦ ਉਸਤਾਦ ਹੋਏ ਹੋਏ ਤੇ ਖੁਦ ਨੂੰ ਹੀ ਕਹਿ ਰਹੇ ਨੇ। ਬਚਨ ਉਹ ਕਹਿਣਾ ਹੈ ਜਿਸ ਨਾਲ ਸਭ ਦਾ ਭਲਾ ਹੋਵੇ। ਹਾਂਜੀ, ਕਾਟੋ ਸਿੱਖਿਆਨ ਕੇਰ ਕਲੇਸ਼। ਤੇ ਆਪਣੇ ਸੇਵਕਾਂ ਦੇ ਸਾਰੇ ਕਲੇਸ਼ ਕੱਟ ਦੇਣ ਜੋ ਬੋਲ। ਸਾਧ ਸੰਗਤ ਵਾਕਈ ਕੁਝ ਬੋਲ ਐਸੇ ਹੁੰਦੇ ਨੇ ਜੋ ਮਨੁੱਖ ਦੇ ਜੀਵਨ ਨੂੰ ਕਲੇਸ਼ ਨਾਲ ਭਰ ਦਿੰਦੇ ਨੇ, ਦੁੱਖ ਨਾਲ ਭਰ ਦਿੰਦੇ ਨੇ। ਮਹਾਰਾਜ ਜੀਆਂ ਨੇ ਤਾਂ ਇਹ ਬੋਲ ਸਾਡੀ ਝੋਲੀ 'ਚ ਵੀ ਪਾਏ ਨੇ। ਫਿੱਕਾ ਬੋਲ ਵਿਗੂਚਣਾ, ਸੁਣ ਮੂਰਖ ਮਨ ਅਜਾਣ। ਇਹਦੇ ਨਾਲ ਗਵਾਚ ਜਾਈਦਾ। ਜਿਵੇਂ ਰਾਡਾਰ ਤੋਂ ਜਹਾਜ਼ ਗਵਾਚ ਜਾਏ, ਨੇਸਤੋ ਨਾਬੂਦ ਹੋ ਜਾਂਦਾ ਹੈ, ਇਸ ਤਰ੍ਹਾਂ ਨਾਮ ਦੇ ਰਾਡਾਰ ਤੋਂ ਹਿਰਦਾ ਓਲੇ ਹੋ ਜਾਏ ਤੇ ਕੁਝ ਵੀ ਨਹੀਂ ਰਹਿੰਦਾ। ਸਭ ਕੁਝ ਮੁੱਕ ਜਾਂਦਾ ਹੈ, ਖੋ ਜਾਂਦਾ ਹੈ। ਫਿੱਕਾ ਬੋਲ ਵਿਗੁਚਣਾ, ਸੁਣ ਮੂਰਖ ਮਨ ਅਜਾਣ। ਬਾਬਾ ਬੋਲਣਾ ਕਿਆ ਕਹੀਐ, ਜੈਸੇ RAM ਨਾਮ ਰਵ ਰਹੀ ਹੈ। ਇੱਕ ਤਾਂ ਹੈ ਬਈ ਸਵੇਰੇ ਅੰਮ੍ਰਿਤ ਵੇਲੇ ਸ਼ੁਭ ਮਹੂਰਤ ਵਿੱਚ ਜਾਗ ਕੇ ਤੇ ਆਪਣੀ ਜ਼ੁਬਾਨ ਤੋਂ RAM RAM, ਵਾਹਿਗੁਰੂ ਵਾਹਿਗੁਰੂ ਆਪਣੇ ਆਪਣੇ ਮਤ ਅਨੁਸਾਰ ਉਚਾਰਨ ਕਰਨਾ। ਤੇ ਫਿਰ ਬੰਦਾ ਸੋਚੇ ਵੀ ਘੰਟਾ 2 ਘੰਟੇ 2.5 ਘੰਟੇ ਜਪ ਲਿਆ ਤੇ ਹੁਣ ਜੋ ਮਰਜ਼ੀ ਬੋਲੋ। ਨਹੀਂ, ਉਹ ਜਾਪ ਦਾ ਰਸ ਤਾਂ ਹੀ ਰਹੇਗਾ ਜੇ ਬਾਕੀ ਬੋਲਦਿਆਂ ਵੀ ਖਿਆਲ ਰੱਖਿਆ ਜਾਏ ਕਿ ਮੇਰੇ ਕੋਲੋਂ ਕੌੜਾ ਨਾ ਬੋਲਿਆ ਜਾਏ। ਮਹਾਰਾਜ ਜੀ ਨੇ ਬੜੇ ਵੱਡੇ ਬੋਲ ਆਖੇ ਨੇ। ਮਿੱਠਤ ਨੀਵੀ ਨਾਨਕਾ, ਗੁਣ ਚੰਗਿਆਈਆਂ ਤਤ। ਮਿੱਠਾ ਬੋਲਣ ਨਿਵ ਚੱਲਣ ਦੀ ਮਹਾਰਾਜ ਨੇ ਤਾਕੀਦ ਕੀਤੀ। ਬਾਬਾ ਬੋਲਣਾ ਕਿਆ ਕਹੀਏ, ਜੈਸੇ RAM ਨਾਮ ਰਵ ਰਹੀ ਹੈ। ਇਸ ਲਈ ਆਪਣੀ ਜ਼ਬਾਨ ਦਾ ਬ੍ਰੇਕ ਪੈਡਲ ਆਪਣੇ ਕਾਬੂ ਵਿੱਚ ਰੱਖਣਾ। ਐਸਾ ਨਾ ਹੋਵੇ ਤੂੰ ਕਿਸੇ ਦੇ ਅਪਮਾਨ ਵਿੱਚ ਬੋਲੇ, ਕਿਸੇ ਦਾ ਬੋਲਾਂ ਤੇਰੇ ਬੋਲਾਂ ਨਾਲ ਕੋਈ ਨੁਕਸਾਨ ਹੋ ਜਾਏ। ਕੁਝ ਹਾਸਾ ਵੀ ਐਸਾ ਹੋ ਸਕਦਾ ਹੈ ਜੋ ਦੂਜੇ ਦਾ ਨੁਕਸਾਨ ਕਰ ਸਕਦਾ ਹੈ, ਜਿਸ ਨਾਲ ਵੱਡੀ ਕਲਾ ਪੈ ਸਕਦੀ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਮਹਾਦੇਵੀ ਦ੍ਰੋਪਦੀ ਨੇ ਹੱਸਦਿਆਂ ਹੋਇਆਂ ਹੀ ਕਹਿ ਦਿੱਤਾ ਸੀ ਬਈ ਤੂੰ ਤਾਂ ਅੰਨੇ ਦੀ ਔਲਾਦ ਹੈ, ਤੈਨੂੰ ਤੇ ਮੇਰਾ ਸਵਾਰਿਆ ਹੋਇਆ ਆਂਗਣ ਦਿਖਾਈ ਨਹੀਂ ਪੈਂਦਾ। ਤੇ ਉਸ ਹਾਸੇ ਨੇ ਕਿਤਨਾ ਵੱਡਾ ਭਿਆਨਕ ਯੁੱਧ ਖੜਾ ਕਰ ਦਿੱਤਾ। ਇਸ ਲਈ ਮਹਾਰਾਜ ਕਹਿੰਦੇ ਨੇ, ਸਗਲ ਬੋਲਨ ਕੇ ਮਾਹੇ ਵਿਚਾਰ। ਪੌਰ ਬ੍ਰਹਮ ਪਰਮੇਸ਼ਵਰ ਨੇ ਜ਼ਬਾਨ ਕੋਮਲ ਬਣਾਈ, ਦੰਦ ਬੜੇ ਸਖਤ ਬਣਾਏ ਨੇ। ਕ੍ਰਸ਼ ਕਰ ਸਕਦੇ ਨੇ ਚੀਜ਼ਾਂ ਨੂੰ, ਤੋੜ ਭੰਨ ਸਕਦੇ ਨੇ, ਪਰ ਭਾਵੇਂ ਜ਼ਬਾਨ ਦੇ ਕੋਲ ਹੀ ਨੇ ਤੇ ਗਿਣਤੀ ਵੀ ਬਥੇਰੀ ਹੈ। ਜ਼ਬਾਨ ਤੇ ਵਿਚਾਰੀ ਇਕੱਲੀ ਹੈ। ਦੰਦ 32 ਨੇ ਤੇ ਮੈਂ ਅਰਜ਼ ਕਰਾਂ ਤੋੜ ਭੰਨ ਸਕਦੇ ਨੇ, ਸਵਾਦ ਤੇ ਨਹੀਂ ਲੈ ਸਕਦੇ। ਹਾਂ, ਕੀੜਾ ਲੱਗ ਸਕਦਾ, ਸਵਾਦ ਨਹੀਂ ਲੈ ਸਕਦੇ। ਤੇ ਜ਼ੁਬਾਨ ਪਰਮਾਤਮਾ ਨੇ ਸਭ ਤੋਂ ਕੋਮਲ ਅੰਗ ਬਣਾਇਆ। ਤੇ ਮਤਲਬ ਇਹਦਾ ਇਹ ਹੈ
कि ऐ पुरखा तेरे बोलां विच कोमलता होवे, तेरे बोलां विच निर्माणता होवे, जिहो जी जबान ओ जिहा कलाम होवे। बड़े सोहणे कालम दे दो बोल मेरे ख्याल च आए। वो कहंदा परमात्मा ने जबान बनाउंदियां जबान विच हड्डियां नहीं पाईयां, बोन्स नहीं रखियां। ते पता क्यों नहीं रखियां? क्योंकि परमात्मा सख्तपना पसंद ही नहीं करता, उसनों कोमलता पसंद है। कुदरत को ना पसंद है सख्ती जुबान में रखी नहीं है, इसलिए हड्डी जुबान में। ते जे जुबान विच भी हड्डी रख दिंदा तां गोडिया वांगू किसी नूं वज ही सकदी सी, कोई संबंध ना जुड़दा। ऐ संत बाबा अवतार सिंह जी महापुरख गुरु नानक बेबे नानकी चैरीटेबल ट्रस्ट कपूरथला, संत बाबा करतार सिंह जी दे अनिन सेवक ने, विराजमान ने, और इस भेद नूं जाणदियां ने जुड़ियां हुई आत्मावां कि सारे दिन दा कीता होया जाप एक कौड़ा बोल बोलण नाल मन चों सारा असर खत्म कर दिंदा। जिवें वधिया साबण नाल, डिटर्जेंट पाउडर नाल कपड़े वाश कीते होवण पर मिट्टी विच सुट दईए ते पाउण जोगे नहीं रह जाते। वो ये नहीं देखदी गर्दा कीचड़, ये नहीं देखदा कि कपड़े तो बड़े सोहणे साबण नाल धोते ने, वो लबेड़ के रख दिंदा। इस तरह एक भी कौड़ा बोल आख्या होया हिरदे दी सारी मिठास गवा दिंदा है। ते देखो श्री गुरु अर्जन देव महाराज जी नूं सड़दी हुई लोह ते बैठ के भी अपनी जबान तो कोई सड़दा होया बोल नहीं आख्या। तेरा किया मीठा लागै हर नाम पदारथ नानक मांगे। आप फरमान कर रहे ने कि सदा निर्मलता कोमलता ते प्रेममयी बाणी नाल उपदेश करना ते संगतां नूं ओ बोल दसना जिस नाल सारे कलेश कट्टे जाण। इहो जे बोल ना बोलो भी कलेश पै जाण, झगड़े खड़े हो जाण, धड़े बन जाण, बल्कि बोल ओ जे होवण कि जिहड़ा सुने वो आनंद नाल भर जाए, रस नाल भर जावे। अगे सुनिए। हम सम जागो पाछल राती। महाराज कहण लगे, हे हरि राय जी, तुसी एक काम होर भी करना। जिवें असी अमृत वेले पिछली रात जागदे हां, इस तरह तुसी भी हर रोज अमृत वेले जागना। ये गुरु गुरु नूं उपदेश कर रहा। इसदा मतलब यह है कि जितनी देर भावें कोई कितना ही महान होवे, जे अमृत वेले सुता रहिंदा तो उसकी जिंदगी अमृतमयी नहीं बन सकती, उसकी दृष्टि अमृतमयी नहीं बन सकती, उसदे बोल मिठास वाले नहीं हो सकते। ते पछाण की है, ऐसा मनुख छलिया होवेगा, कपटी होवेगा, षड्यंत्रकारी होवेगा, दूजियां नाल चलाकियां लुंबड़ बिरती होवेगा। ते मैं अर्ज करां, जे ये अवगुण वध रहे ने तो इसदा मतलब ये अमृत वेले नहीं जाग रहे। अमृत वेला दूर होंदा जा रहा है। जितना अमृत वेला दूर हो जाएगा उन्ना जीवन विच जहर भर जाएगा। सप विच तां इन्ना जहर होंदा ही नहीं जिन्ना साडा जीवन अमृत वेले तो दूर होके जहरीला हो जाए। दूर क्यों जाइए? साडे घर दी ही गल है। पुराने युगां दा इतिहास देख लईए। महान अवतारी पुरुष श्री राम, पर नहीं जुड़ी हुई मन के कई नहीं जुड़ी हुई, नहीं अमृत वेले दी संभाल, और नहीं जुड़ी हुई मंथरा। ते श्री राम जैसी महान हस्ती नूं अपने घरों कढवा दिता।
इस तरह होंदा है, जिंदगी चो राम निकल जाएगा जे कोई अमृत वेले नालों टुटिया होया। इस तरह तुसी देख लो, रिश्ता ते बहुत नेड़े दा, मामे ते भाणजे ने, श्री कृष्ण ते कंस बड़ा नेड़े दा रिश्ता है। दो वारी मां आखो ते एक वारी मामा बनता है, पर वो अमृत वेला नहीं। वो जहरीला जीवन भावें श्री कृष्ण दा कंस नुकसान ते नहीं कर सकता, पर जिधर जाएगा जहर ते फैलाउंदा जाएगा। ते दूर क्यों जाइए, साडे घर विच ही देखो कितना लम्मा समा जिंदगी दा, जिंदगी दे 17 साल बाबा प्रीति चंद गुरु अमरदास दे नाल रहे। किशोरावस्था गुरु अमरदास जी दे नाल। गुरु जोत दा समा तुसी काउंट करना, फिर 7 साल वो जोत गुरु रामदास जियां विच विचरदी रही। 7 साल पहले भी विरोध चलता रहा, ते फिर गुरु रामदास जी का भी विरोध करता रहा। एक दिन ते महाराज जी नूं कहना ही पै गया, काहे पूत झगरत हो संग बाप, जिनके जने बडीरे तुम हो, तिन स्यों झगरत पाप। ऐसा मनुख जो अमृत वेले नालों टुट जावे, नाम नालों टुट जावे, वो गुरु दे चरनां तो भी लाभ नहीं लै सकता। उन्होंने लाभ प्राप्त नहीं करन दा ढंग नहीं आता। जब बहुत बीमार हो गए ना बाबा प्रीति चंद, उन्होंने लकवा हो गया सी। श्री गुरु अर्जन देव जियां कोल खबर पहुंची कि बाबा जी नूं लकवा हो गया है, ते गुरु अर्जन देव जी मिलन वास्ते आए। शरीर नहीं सी हिलदा, सिर्फ गर्दन हिलदी सी। ते महाराज अगे होके झुक के अभिवादन करन लगे, ते बाबा प्रीति चंद ने गर्दन हिला के मुंह पिछे नूं कर लिया। आखिया मैं तेरे वल मुंह नहीं करना। मन विच जहर भरिया होया, पर धन ने गुरु अर्जन देव जी महाराज बुरा नहीं मन्निया, ते फिर हाथ जोड़ के प्रभु चरना विच प्रार्थना रूपी बोल आखे, प्रभ जीओ तू सुख संपत रास, राख ले हो भाई मेरे को प्रभ आगे अरदास। हे प्रभु इस भयानक रोग तो मेरे वड्डे भाई दी राखी करो। साध संगत मेरा मन करदा है जितने आप बैठे हो, थोड़ियां झोलियां ते गुरु भारी रहा है। एक बारी ये सारे मिल के पंक्ति अपने भरावां वास्ते पढ़िए बई हे गुरु मेरे भरा नूं भी चढ़दी कला बख्श दे, ओदियां झोलियां भी बरकतां नाल भर दे, जे रोग है ते निरोग कर दे। भावें लड़ाई होई होवे भरावां नाल, पर हुण गुरु गोबिंद सिंह जी दे घर बैठे हो, ते हुण एक बारी अरदास करिए, प्रभ जीओ तू सुख संपत रास, राख ले हो भाई मेरे को प्रभ आगे अरदास। ये अमृत वेले नाल जुड़िया होया हिरदा अमृतमई। इस ढंग दे नाल धीरमल नूं देख लो किवें विरोध करदा रहा, ते श्री गुरु तेग बहादुर जी दे छाती दा निशाना बना के सिंह मसंद ने गोली भी चलाई, पर महाराज ने भले धीरमल भले ही किया, बुरा नहीं किया। खैर मुक्तसर गुजारिश करते हैं, साहब आखण लगे किन्ने ही वड्डे हो जाओ, महान हो जाओ, पर हे हरि राय जी अमृत वेले जरूर जागदे रहना, शुभ मुहूर्त वेले सौना नहीं। भगत सिरमौर भगत कबीर जी का एक बचन इहदे नाल एड ऑन कर लवो, जोड़ लवो नाल। वो कहते ने सवेरे जे तेरे कोलों जपिया नहीं जाता ते उठ के बह ही जाया कर। कबीर सूता क्या करें, बैठा रहो और जाग। अमृत वेला तेरा हक नहीं है इसते, अमृत वेला प्रभु नूं भेंट कर।
फेर के अगे रखी है, जित दिसै दरबार अमृत वेला, सच नाओ वड्याई विचार। कबीर कहते ने पुरखा सवेरे तेरे कोलों नहीं जपिया जाता ते ना जप, कोई गल, उठ के बह ही जाया कर। अमृत वेले तेरी कमर बिस्तरे ते नहीं चाहिए, तेरी कमर सीधी होवे परमात्मा वल नूं। बैठा रहो और जाग। ते कबीर जी नूं पुछिए, आप तां तुसीं जप जप के ये महान अवस्था प्राप्त की, सानू बैठा ही रहन लई कहंदे हो। ते कबीर कहंदे ने हाँ, उहनूं पता है कि पिछले कर्मां दे असर करके जप नहीं पा रहा, पर बैठा तो मेरे लिए है, होर किसे लिए तो नहीं बैठा। वो बैठना ही प्रवान कर लें। बैठा रहो और जाग, जाके संग ते बिछुड़ा, ताही के संग लाग। इसलिए जिते होर दातां मंगदे हो, नाल गुरु कोलों अमृत वेला भी मंग लईए भी गुरु ये मेरी झोली च पा दे। हुण जो मर्जी होवे, हुण मैनू अमृत वेले मेरी अख ना लग जाए, मैं सुता ना रह जाऊं। रात कथूरी वंडी है, सुत्या मिले न भाव। भाव का अर्थ है हिस्सा, वो बनता होया भाग मिलता नहीं है जे कोई सुता रह जाए। इसलिए साहब कहन लगे, भावें मैं इस पंक्ति ते ज्यादा समा लै गया, महाराज जी का नुकता समझण नूं कई दफा समा लग जाता है, पर साड़ी समझ छोटी है, फिर भी समझ नहीं आता। जितना समझ आया महाराज कह रहे ने, भावें तुसी गुरता गद्दी ते विराजमान हो, अनंत ब्रह्मंडां दियां शक्तियां तुहाडियां दास दासियां ने, पर पिछली राती सुते ना रहना, पिछल राती जागदे रहना। हाँ जी, सोच स्नान करो तिस भांति। जिवें असीं अमृत वेले जाग के शरीरक पवित्रता स्नान आदि करते हाँ, आत्म ज्ञान हृदय में राखन। आत्म ज्ञान पार ब्रह्म परमेश्वर का नाम है। बाहरी चीज़ों का ज्ञान दूजियां कोलों मिल जाता है। असीं पुछ सकते हैं किसी नूं, बई मैं कपड़ा लैना है, दस किहो जिहा लवां, मकान बनाना, इट्टां किहड़े पट्ठे दियां चंगियां ने, या होर कई चीज़ां पुछ सकते हैं, पर यह बहरूनी ज्ञान तो मिल सकता है, पर आत्म ज्ञान गुरु बिना नहीं मिलता। ज्ञान का बद्दा मन रहे, गुरबिन ज्ञान ना होए। ये महान ब्रह्म ज्ञान सतगुरु झोली च पा रहे हैं। भगत उपासन की जय पाखन। महाराज कहन लगे, अमृत वेले स्नान का उपदेश करना, आप स्नान करना। ते अमृत का मतलब है जो मृत्यु तो बिना है, जिसकी मौत नहीं होती। बाकी सूरज, चंद्रमा, धरती, ग्रह, नक्षत्र, तारे, सियारे सब दी मौत होती है। अमृत मृत्यु रहित केवल परमात्मा है। वो सर्वशक्तिमान जिसनों कहते हैं, जो जगत का मूल है, जगत की सत्ता है, जगत की शक्ति है, वो पार ब्रह्म परमेश्वर का नाम जपना है। जिसते होए मेरे जाद भले। फिर इस तरह जीवन की शैली भलेरी हो जाती है, सोहनी हो जाती है। मनुख की सोच दे सोहने द्वार खुल जाते हैं, मनुख दे फैसले सही होंदे ने। कोई मनुख जज की कुर्सी ते बैठा होवे, न्यायाधीश होवे, पर अमृत वेले ना जागदा होवे, किधरे ना किधरे फैसले गलत हो जाणगे। बहुत वड्डे सिंघासन ते बैठा होवे, पर अमृत वेले ना जागदा होवे, फैसले गलत हो जाणगे, फैसले तोड़न वाले हो जाणगे। पर अमृत वेले जागदा होवे, राजा होवे ते जनक वर्गा होवेगा, महाराजे रणजीत सिंह वर्गा होवेगा। इस तरह दे नाल अमृत वेले जागण दी बरकत बनती है। असी जीवना तो चाहते हैं, पर सानू जीवन की शैली प्राप्त नहीं होती गुरु तो बिना।
साड़ी सब तो वड्डी मुश्किल ही है। हजारों मुश्किलों की सख्त मुश्किल एक यही है, तमन्ना जिंदगी की है पर जीना नहीं आता। दूजियां दे जीवन विच वाधा पैदा करने वालियां नूं सुख नाल जीवना नसीब नहीं होंदा। बाधक नहीं बनना, दूजियां दे सहायक बनना है। महाराज कहन लगे इस तरह अमृत वेले जाग के जीवन शैली मर्यादा सोहनी हो जाती है। सो करतूत उचित है तेरी, पुरखा ही तेरे कर्म करतूत सब तो उत्तम है, ये करनी चाहिए। भावें कोई होवे, हिंदू होवे, मुस्लिम होवे, सिख होवे, जे शुभ मुहूर्त अलल सुबह ते अमृत वेला जिंदगी च नहीं है तो फिर जहरीला ही है, भावें जेड़ा मर्जी होवे। महाराज कहन लगे ये भली करतूत भली कृत है। अपर जे बूजन को कुछ ते चाह, साहिब कहन लगे इस तो इलावा जे होर कुछ पुछना चाहते हो तो भी पूछ लवो। मन की बात कहो हम पाओ, अपने मन दी गल, मन दी विचार साडे कोल दसो। धरो तीर अवशोक न करी, नाले साडे शरीर त्यागण दा सोग ना करना, शोकाकुल ना होना ते धीरज विच रखनी। ते साध संगत धीरज कोई रख नहीं सकता। धीरज उही रख सकता है जिहदा हिरदा नाम नाल जुड़िया होया। बिन हर नाम ना शांत होए, कित बिद मन धीरे। असीं कही तां जाने आ भी घर विच सुख शांति मिले, या इस तरह कही जाइए भी चिराग हथ विच पकड़ के ते घर विच फिरीए ते आखीए हनेरा ते दूर होया नहीं, चिराग ते मेरे कोल हैगा, दीपक ते मेरी हथेली ते है, पर हनेरा ते उस तरह ही है, ठोकरां ते उस तरह ही ने, कष्ट ते उसे तरह ही है, अंधरापन तो उसे तरह ही है। ते कौन दसे पुरखा दीवा जगाउण तो बिना हनेरा नहीं जावेगा। दीवा बलै अंधेरा जाए, वेद पाठ मत पापा खाए। महाराज जी दे अगेमी बोल ने, अंधियारे दीपक चाहिए एक बस्त अगोचर नहीं है। ते बिना चिराग जलाया जिवें हनेरा नहीं जाता, हू बहु इसे तरह मन लेना कि बिना नाम जपिया जीवन की अशांति नहीं जाती। ते अशांत जिथे जाणगे अशांति फैलाउंदे जाणगे, कल्पे हुए लोग जिथे जाणगे कल्पना फैलाउणगे। जो कुछ कोल है वही दूजे नूं देवेगा ना। जिहड़ी एक लकड़ी दूजी लकड़ी नूं जलाउणा चाहुंदी है, कंडीशन यह है पहले खुद जलेगी, पहले उस चों लपटां निकलणगियां, फिर दूजे नूं जलाएगी। ते जिन्नी देर जल ना पवे शांत नहीं होवेगी। ऐसे तरह जिथे मर्जी जाओ, पर जे अमृत वेले जाप नाल नहीं जुड़े तो हिरदा शांत नहीं होवेगा। ऐसे अशांत लोकां नाल संसार भरिया है। जगह जगह घर नरक बने हुए, जीवन नरक बने हुए, और दोजखमई जिंदगी कारण की नाम नालों टुटे हुए। इसलिए साहब कहन लगे नाम तो बिना खेड बनती नहीं। होर भी जे कुछ पूछना होवे तो पूछ लो। मन की बात करो हम पाओ, अपने मन की व्यथा साडे नाल सांझी करो। धरो तीर अवशोक न करी, शोक ना करना, धीरज विच रहना। धीरज तां ही बनदी है जे नाम जपिया जा। तुसीं देखिआ किसे दे परिवार विच मौत हो जावे, डेथ हो जावे, ते साडे सनातनी वीर मोढ़ियां ते मृतक दा शरीर लई जांदे ने ते राम नाम सत है, राम नाम सत है करी जांदे। वो राम नाम धीरज दिंदा है। साडे कोई चलाना कर जाए, असी जपजी साहब दा पाठ करन लग पैने आ, सोहला साहब दा पाठ करन लग पैने आ। घर विच बाणी दा कीर्तन अजकल इलैक्ट्रॉनिक यंत्र ने उन्हां राहीं प्रसारित होण लग पैंदा, वो धीरज दिंदा है। कोई फातिया पढ़न लग पैंदा, दरूद पढ़न लग पैंदा। इस तरह दे नाल महाराज फरमान करन लग पे, आख्या
ਨਾਮ ਤੋਂ ਬਿਨਾ ਧੀਰਜ ਨਹੀਂ ਬਣਨੀ, ਸੋਗ ਦੂਰ ਨਹੀਂ ਹੋਣਾ। ਇਸ ਲਈ ਨਾਮ ਨਾਲ ਜੁੜਨਾ ਤੇ ਜੋੜਨਾ। ਸੰਗਤ ਸਹਿਤ ਮਸੰਦ ਸੰਭਾਰੀ, ਸਾਰੀਆਂ ਸੰਗਤਾਂ ਦੀ ਤੇ ਮਸਨਦੀ ਜਿਹੜੇ ਨਿਵਾਜੇ ਹੋਏ ਹਨ ਉਹਨਾਂ ਦੀ ਸੰਭਾਲ ਪਾਲਣਾ ਕਰੋ। ਵਰਤੋ ਜਥਾ ਜੋਗ ਸਭ ਸੰਗ, ਯਥਾ ਯੋਗ, ਜਿਹੋ ਜਿਹਾ ਕੋਈ ਯੋਗ ਹੈ ਉਸ ਤਰ੍ਹਾਂ ਅਗਲੇ ਨਾਲ ਵਿਵਹਾਰ ਕਰੋ। ਮਮ ਸਮਾਨ ਹੈ ਤੇਰੋ ਅੰਗ, ਸ੍ਰੀ ਹਰਿ ਰਾਏ ਜੀ ਤੁਹਾਡਾ ਸਰੀਰ ਮੇਰੇ ਵਰਗਾ ਹੀ, ਮੇਰੇ ਵਿੱਚ ਭਾਵ ਮੇਰੇ ਵਿੱਚ ਤੇ ਤੁਹਾਡੇ ਵਿੱਚ ਫਰਕ ਕੋਈ ਨਹੀਂ। ਤੁਸੀਂ ਤੇ ਮੈਂ ਇੱਕ ਹੋ ਗਏ ਹਾਂ। ਸੁਨਤ ਪਿਤਾ ਮੇ ਕੀ ਸ਼ੁਭ ਤੇ ਬਾਣੀ, ਦਾਦਾ ਹਜ਼ੂਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ਼ੁਭ ਬਚਨ ਸੁਣ ਕੇ ਸ੍ਰੀ ਹਰਿ ਰਾਏ ਸੋ ਬਿਨੈ ਤੇ ਬਖਾਨੀ। ਧੰਨ ਧੰਨ ਗੁਰੂ ਹਰਿ ਰਾਏ ਸਾਹਿਬ ਜੀਆਂ ਨੇ ਬੇਨਤੀ ਕੀਤੀ। ਦੇਖੋ ਕਿੰਨਾ ਵੱਡਾ ਨੁਕਤਾ ਹੈ। ਭਾਵੇਂ ਫਿਰ ਦੁਹਰਾ ਦੇਵਾਂ, ਗੁਰਤਾ ਗੱਦੀ ਤੇ ਬਿਰਾਜੇ ਹੋਏ ਨੇ, ਪਰ ਨਿਰਮਾਣਤਾ ਇਤਨੀ ਹੈ ਕਿ ਮਹਾਨਤਾ ਤੇ ਨਿਰਮਾਣਤਾ ਦਾ ਸੰਗਮ ਹੋਇਆ ਹੋਇਆ ਹੈ। ਤੇ ਬੇਨਤੀ ਰੂਪ ਚ ਬੋਲ ਆਖਣ ਲੱਗੇ, ਤੁਰਕ ਮੁਲਕ ਪਤ ਛਤਰ ਮਹਾਰਾਜ ਹਮਾਰੇ, ਸੱਚੇ ਪਾਤਸ਼ਾਹ ਤੁਰਕ ਜਹਾਂਗੀਰ ਸ਼ਾਹ ਜਹਾਨ ਆਦਿਕ ਸਾਡੇ ਦੁਸ਼ਮਣ ਬਣੇ ਹੋਏ ਨੇ। ਬਹੁਤ ਵੱਡੇ ਜ਼ੁਲਮ ਢਾਏ ਇਹਨਾਂ ਨੇ। ਹਾਂਜੀ, ਸੈਨਾ ਕੋਸ ਆਦ ਮਹਿ ਭਾਰੇ, ਮਹਾਰਾਜ ਉਹਨਾਂ ਕੋਲ ਸੈਨਾ ਵੀ ਬੜੀ ਹੈ, ਖਜ਼ਾਨੇ ਵੀ ਬਹੁਤ ਵੱਡੇ ਹਨ। ਸੋ ਕਹਾ ਕਰੇ ਬਖਿਆਤੀ। ਮਹਾਰਾਜ ਉਹਨਾਂ ਦਾ ਫਿਰ ਕੀ ਕਰੀਏ? ਗੁਰੂ ਹਰਿ ਰਾਏ ਸਾਹਿਬ ਆਖਣ ਲੱਗੇ, ਤੁਹਾਡੇ ਨਾਲ 4 ਜੰਗਾਂ ਉਹਨਾਂ ਲੜੀਆਂ ਨੇ। ਧਨ ਬਲ ਹੈ, ਸੈਨਾ ਬਲ ਹੈ, ਸਿੰਘਾਸਣ ਬਲ ਹੈ, ਤੇ ਬਹੁਤ ਵੱਡਾ ਅਭਿਮਾਨ ਨਾਲ ਭਰਿਆ ਹੋਇਆ ਹਿਰਦਾ ਹੈ। ਕੌਣ ਸਥਾਨ ਬਨੇ ਰਿਪਕਾਤੀ, ਮਹਾਰਾਜ ਸੱਚੇ ਪਾਤਸ਼ਾਹ ਦੱਸੋ ਕਿਹੜੇ ਥਾਂ ਅਸੀਂ ਰਹੀਏ ਤੇ ਜੇ ਉਹ ਚੜ ਕੇ ਆਉਣ ਤੇ ਉਹਨਾਂ ਦਾ ਨਾਸ਼ ਕਰੀਏ। ਇਸ ਪੁਰ ਬਸ ਕੈ ਅਪਰ ਸਥਾਨ, ਮਹਾਰਾਜ ਇਹ ਵੀ ਦੱਸੋ ਇਸੇ ਹੀ ਜਗ੍ਹਾ ਕੀਰਤਪੁਰ ਹੀ ਰਹੀਏ ਕਿ ਹੋਰ ਕਿਸੇ ਜਗ੍ਹਾ ਜਾਵੀਏ? ਕਾਲਾਂ ਤੁਰਕਨ ਸੋ ਕਮਸਾਨ, ਜਾਂ ਉਹ ਥਾਂ ਦੱਸੋ ਜਿੱਥੇ ਇਹਨਾਂ ਦੀ ਸੈਨਾ ਨਾਲ ਸਾਡਾ ਮੁਕਾਬਲਾ ਹੋਵੇ ਤੇ ਸੰਘਾਰ ਕਰੀਏ ਦੁਸ਼ਟਾਂ ਨੂੰ। ਕਰੋ ਲਥੇਰ ਪਥੇਰ ਵਿਸਾਲ, ਵੱਡੇ ਪੱਧਰ ਤੇ ਇਹਨਾਂ ਦੀ ਲਥੇਰ ਪਥੇਰ ਕਰ ਦੇਵੀਏ। ਕਰੈ ਜੰਗ ਰਿਪਹਤੇ ਕਰਾਲ, ਜੇ ਜੰਗ ਹੋਵੇ ਤੇ ਇਹਨਾਂ ਦੁਸ਼ਟਾਂ ਦਾ ਨਾਸ਼ ਕਰ ਦੇਵੀਏ। ਸੁਨਤ ਸਵਾ ਸਭ ਅਦਭੁਤ ਭਏ, ਸਾਰੀ ਜਿਤਨੀ ਸੰਗਤ ਬੈਠੀ ਸੀ ਸਾਰੀ ਵਿਸਮਾਦ ਹੋ ਗਈ ਇਹ ਗੱਲ ਸੁਣ ਕੇ। ਦੇਖੋ ਕਹਾਂ ਸੁਮਤ ਇਨ ਬਿਥੀ, ਆਖਣ ਲੱਗੇ ਛੋਟੀ ਉਮਰ ਹੈ ਤੇ ਕਿੰਨੀ ਵੱਡੀ ਸੁਮਤ ਦੀ ਗੱਲ ਆਖੀ ਹੈ। ਅਲਪ ਬੈਸ ਬਿਦਰਨ ਸਮ ਬੋਲੇ, ਛੋਟੀ ਉਮਰ ਹੈ, ਅਲਪ ਬੈਸ ਬ੍ਰਿਧਨ ਸਮ ਬੋਲੇ। ਉਮਰ ਛੋਟੀ ਹੈ ਪਰ ਬਚਪਨ ਦੇ ਸਮਾਂ ਹੋਣ ਦੇ ਬਾਵਜੂਦ ਵਿਚਾਰ ਬ੍ਰਿਧ ਬਜ਼ੁਰਗ ਬਾਬਿਆਂ ਵਾਲੇ ਹਨ। ਬੇ ਸਮਰਥ ਗੁਰਿਆਈ ਕੋਲੇ, ਤੇ ਸਾਰੇ ਕਹਿੰਦੇ ਨੇ ਇਹ ਸਮਰੱਥਾ ਇਸ ਬਾਲਕ ਵਿੱਚ ਤਾਂ ਆਈ ਹੈ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਵਿੱਚ, ਕਿਉਂਕਿ ਗੁਰਿਆਈ ਪ੍ਰਾਪਤ ਹੋਈ ਹੈ। ਸਤਿਗੁਰ ਪੋਤਰੇ ਕੋ ਮੁਖ ਦੇਖ, ਮਹਿਮਾ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਸਪੁੱਤਰੇ 7ਵੇਂ ਪਾਤਸ਼ਾਹ ਜੀ ਦਾ ਚੰਨ ਮੁਖੜਾ ਦੇਖਿਆ। ਹੋਏ ਪ੍ਰਸੰਸੋ ਵੀਰ ਪਰੇ, ਬੜੇ ਪ੍ਰਸੰਨ ਹੋਏ ਪਰਖ ਕਰਕੇ। ਕਹਿਓ ਤਬੈ ਤੁਮ ਕਥੋ ਨ ਮਹਾਰਾਜ ਕਹਿਣ ਲੱਗੇ ਤੁਮ ਕਬੂ ਨਾ ਲੜੋ। ਸ੍ਰੀ ਹਰਿ ਰਾਏ ਜੀ ਤੁਹਾਨੂੰ ਲੜਨ ਦੀ ਲੋੜ ਨਹੀਂ ਪੈਣੀ, ਜੰਗ ਕਰਨ ਦੀ ਲੋੜ ਨਹੀਂ ਪੈਣੀ। ਸ਼ਤਰੁਨ ਦਿਸਤੇ ਸ਼ਾਂਤੀ ਧਾਰੋ, ਤੇ ਸ਼ਤਰੂ ਸ਼ਾਂਤ ਰਹਿਣਗੇ। ਕਿਸ ਬਿਤੇ ਨ ਕਰੋ ਬਿਖੇ, ਕਿਸੇ ਤਰ੍ਹਾਂ ਦਾ ਕੋਈ ਝਗੜਾ ਨਹੀਂ ਖੜਾ ਕਰਨਾ। ਨਹੀਂ ਸਮਾਰੋ ਬੈਰ ਬੜੇ। ਸਾਧ ਸੰਗਤ ਸੂਰਮਾ ਅਸੀਂ ਉਹਨੂੰ ਮੰਨਦੇ ਆ ਜਿਹੜਾ ਜੰਗ ਕਰਕੇ ਜਿੱਤ ਜਾਏ, ਪਰ ਅਸਲ ਗੱਲ ਅਸਲ ਸੂਰਮਾ ਉਹ ਹੈ ਜਿਹੜਾ ਜੰਗ ਕਰਨ ਤੋਂ ਪਹਿਲਾਂ ਹੀ ਜਿੱਤ ਜਾਏ। ਤੇ ਜੰਗ ਕਰਨ ਤੋਂ ਪਹਿਲਾਂ ਕੌਣ ਜਿੱਤ ਜਾਂਦਾ ਹੈ? ਜਿਹੜਾ ਜੰਗ ਹੀ ਟਾਲ ਦਿੰਦਾ ਹੈ ਵੀ ਜੰਗ ਕਰਨਾ ਹੀ ਨਹੀਂ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦ ਔਰੰਗਜ਼ੇਬ ਤੇ ਅਹੋਮ ਕਬੀਲੇ ਦੀਆਂ ਤੋਪਾਂ ਦੇ ਮੂੰਹ ਤਣ ਗਏ ਸਨ ਤੇ ਧੰਨ ਧੰਨ ਮਾਤ ਗੁਜਰੀ ਸਾਹਿਬਾ ਜੀ ਨੂੰ, ਸ੍ਰੀ ਮਾਤ ਨਾਨਕੀ ਸਾਹਿਬਾ ਜੀ ਨੂੰ ਤੇ ਮਾਮਾ ਕਿਰਪਾਲ ਚੰਦ ਜੀ ਨੂੰ ਇੱਥੇ ਪਟਨਾ ਸਾਹਿਬ ਠਹਿਰਾ ਕੇ ਤੇ ਆਪ ਅਸਾਮ ਗਏ ਜਿੱਥੇ ਧੋਬੜੀ ਸਾਹਿਬ ਅਸਥਾਨ ਹੈ, ਤੇ ਜਾ ਕੇ ਆਖਿਆ ਜੰਗ ਨਹੀਂ ਹੋਣ ਦੇਣਾ,
ਜੰਗ ਨਾਲ ਬਹੁਤ ਵੱਡਾ ਨੁਕਸਾਨ ਹੋ ਜਾਂਦਾ। ਬੜੀਆਂ ਸੁਹਾਗਣਾਂ ਵਿਧਵਾ ਹੋ ਜਾਂਦੀਆਂ, ਬੜੀਆਂ ਮਾਤਾਵਾਂ ਦੀ ਗੋਦ ਸਖਣੀ ਹੋ ਜਾਂਦੀ ਹੈ, ਔਰ ਬੜੇ ਬਜ਼ੁਰਗ ਬੇਸਹਾਰਾ ਹੋ ਜਾਂਦੇ। ਤੇ ਸਹੀ ਮਾਨਿਆਂ 'ਚ ਫਿਰ ਸੂਰਮਾ ਉਹੀ ਹੋਇਆ ਨਾ ਜਿਹਨੇ ਜੰਗ ਨਹੀਂ ਕੀਤਾ ਤੇ ਬਿਨਾਂ ਜੰਗ ਕਰਨ ਤੋਂ ਹੀ ਜੰਗ ਜਿੱਤ ਗਿਆ। ਮਹਾਰਾਜ ਕਹਿਣ ਲੱਗੇ ਤੁਹਾਨੂੰ ਜੰਗ ਕਰਨ ਦੀ ਲੋੜ ਨਹੀਂ ਹੈ ਤੇ ਬਿਲਕੁਲ ਕੋਈ ਪਰਵਾਹ ਨਹੀਂ ਕਰਨੀ। ਸੈਨਾ 202,000 ਤੇ 2200 ਸੈਨਿਕ ਘੋੜ ਸਵਾਰ ਤੁਸੀਂ ਤਿਆਰ ਬਰ ਤਿਆਰ ਰੱਖਣੇ ਨੇ। ਸੈਨਾ ਰੱਖਣੀ ਮਹਾਰਾਜ ਕਹਿਣ ਲੱਗੇ ਜ਼ਰੂਰੀ ਹੈ। ਰਾਖੋ ਸੰਗ ਸੁਚੇਤੀ ਧਾਰ, ਤੇ ਬੜੇ ਸੁਚੇਤ ਹੋ ਕੇ ਸੈਨਾ ਨਾਲ ਰੱਖਣੀ ਹੈ। ਨਹੀਂ ਕਦਾਚਿਤ ਰਣ ਕੋ ਚਾ, ਮਨੋਂ ਜੰਗ ਨਹੀਂ ਚਾਹਣਾ। ਕਿਸੇ ਨਾਲ ਜੰਗ ਹੋਵੇ ਇਹ ਮਨ ਵਿੱਚ ਖਿਆਲ ਨਹੀਂ ਰੱਖਣਾ ਚਾਹੀਦਾ। ਤੇ ਜੇ ਮਨੁੱਖ ਦਾ ਹਿਰਦਾ ਠੀਕ ਹੋਵੇ ਨਾ ਤੇ ਜੰਗ ਹੋ ਵੀ ਜਾਏ ਤੇ ਪ੍ਰਮਾਤਮਾ ਵਿਜੈ ਸ਼੍ਰੀ ਉਹਦੇ ਕਦਮਾਂ 'ਚ ਰੱਖ ਦਿੰਦਾ। ਸ਼ੁਭ ਹਿਰਦਿਆਂ ਦੀ ਜਿੱਤ ਹੁੰਦੀ ਹੈ, ਮੈਲੇ ਹਿਰਦਿਆਂ ਦੀ ਹਾਰ ਹੁੰਦੀ ਹੈ। ਹੋਗੋ ਆਨੰਦ ਬੈਠ ਕਰਮਾ, ਮਹਾਰਾਜ ਕਹਿਣ ਲੱਗੇ ਆਪਣੇ ਆਤਮ ਘਰ ਵਿੱਚ ਬੈਠ ਕੇ ਆਨੰਦ ਦਾ ਜਿਹੜਾ ਹੈ ਉਹ ਅਨੁਭਵ ਕਰੋ। ਸ੍ਰੀ ਹਰਿ ਰਾਇ ਕਹਿਓ ਸੁਨ ਫਿਰ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਅੱਗੋਂ ਆਖਣ ਲੱਗੇ, ਬਚਨ ਕੀਤਾ, ਜੇ ਰਿਪ ਲੈ ਕਰ ਸੈਨ ਕਨੇ। ਮਹਾਰਾਜ ਜੇ ਫੇਰ ਵੀ ਦੁਸ਼ਮਣ ਸ਼ਾਹਜਹਾਨ ਵੱਡੀ ਫੌਜ ਲੈ ਕੇ ਆ ਜਾਵੇ, ਚੜ ਆਵੈ ਹਮ ਪਰ ਬਲ ਧਾਰ, ਤੇ ਸਾਨੂੰ ਆ ਕੇ ਚੜ੍ਹਾਈ ਕਰਕੇ ਤੇ ਆਪਣਾ ਬਲ ਦਿਖਾਵੇ। ਪਰੇ ਗਰਭ ਤੇ ਜੇਲਰ ਪਰ, ਤੇ ਹਉਮੈ ਵਿੱਚ ਆ ਕੇ ਸਾਡੇ ਨਾਲ ਜੰਗ ਪਾ ਦੇਵੇ। ਤੁਮ ਕਿਆ ਕਰੇ ਹੁਕਮ ਸੋ ਕਰ, ਫਿਰ ਅਸੀਂ ਮਹਾਰਾਜ ਕੀ ਕਰੀਏ ਇਹ ਵੀ ਹੁਕਮ ਕਰ ਦੇਵੋ। ਹੋਏ ਅਵਸ਼ਯਕ ਰਣ ਉਰ ਧਾਰ, ਜੇ ਜ਼ਰੂਰੀ ਹੋਵੇ ਤਾਂ ਫਿਰ ਮੁਕਾਬਲਾ ਤਾਂ ਕਰੀਏ ਕਿ ਨਾ ਕਰੀਏ। ਸੁਨ ਕਿਰਪਾਲ ਸ਼ੁਭ ਬਾਕ ਬਖਾਨ, ਕਿਰਪਾ ਦੇ ਘਰ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ ਇਹ ਸਿੱਖਿਆ ਪ੍ਰਦ ਅੰਮ੍ਰਿਤਮਈ ਬਚਨ ਆਖਿਆ। ਜੋ ਤੁਮ ਪਰ ਚੜ ਕਰੇ ਪਿਆਨ, ਮਹਾਰਾਜ ਕਹਿਣ ਲੱਗੇ ਜਿਹੜਾ ਤੁਹਾਡੇ ਤੇ ਚੜ੍ਹਾਈ ਕਰਕੇ ਆਵੇਗਾ ਸੋ ਨੈ ਆਵਨ ਪਾਵੈ ਕੈਸੇ, ਉਹ ਕੁਝ ਵੀ ਕਰੇ ਤੁਹਾਡੇ ਤੱਕ ਪਹੁੰਚ ਹੀ ਨਹੀਂ ਸਕੇਗਾ। ਦੁਸ਼ਟ ਦਾ ਬਲ ਤੁਹਾਡੇ ਤੇ ਨਹੀਂ ਚੱਲੇਗਾ। ਨਿਫਲ ਪਰੇ ਕਨ ਤੁੰਦਹ ਜੈਸੇ, ਔਰ ਇਸ ਤਰ੍ਹਾਂ ਨਿਸਫਲ ਉਹਦਾ ਬਲ ਹੋ ਜਾਏਗਾ, ਉਹਦੀ ਸ਼ਕਤੀ ਨਿਸਫਲ ਹੋ ਜਾਏਗੀ। ਜਿਵੇਂ ਧੁੰਦ ਹੁੰਦੀ ਹੈ ਪਰ ਹੁੰਦਾ ਕੱਖ ਵੀ ਨਹੀਂ। ਧੂਏ ਦਾ ਪਹਾੜ ਉੱਚਾ ਦਿਖਦਾ ਹੈ ਪਰ ਹੁੰਦਾ ਕੱਖ ਵੀ ਨਹੀਂ। ਇਸ ਤਰ੍ਹਾਂ ਨਿਸਫਲ ਹੋ ਜਾਏਗਾ। ਜਿਵੇਂ ਧੁੰਦ ਬੱਦਲ ਨਹੀਂ ਹੁੰਦਾ, ਧੁੰਦ ਨਾਲ ਕੋਈ ਬਰਸਾਤ ਨਹੀਂ ਹੁੰਦੀ, ਇਸ ਤਰ੍ਹਾਂ ਤੁਹਾਡਾ ਹਿਰਦਾ ਸ਼ੁੱਧ ਹੈ ਤੇ ਦੁਸ਼ਟ ਹਿਰਦਾ ਤੁਹਾਡਾ ਕੁਝ ਨਹੀਂ ਵਿਗਾੜ ਸਕੇਗਾ। ਔਰੇ ਸਮਗਰ ਹੈ ਮਗ ਮਾਹੀ, ਜਿਵੇਂ ਕੋਈ ਗਲਾ ਪੈਂਦਾ ਨਾ, ਆ ਬਿਸਟੀ ਜਿਹੜੀ ਹੁੰਦੀ ਹੈ, ਬਰਫ਼ ਬਰਸਦੀ ਹੈ, ਗੜੇ ਪੈਂਦੇ ਨੇ, ਓਲੇ ਜਿਹਨੂੰ ਕਹਿ ਦਿੰਦੇ ਨੇ, ਤੇ ਉਹ ਥੋੜੀ ਦੇਰ ਬਾਅਦ ਹੀ ਗਲ ਕੇ ਖਤਮ ਹੋ ਜਾਂਦੇ, ਨਜ਼ਰ ਨਹੀਂ ਆਉਂਦੇ, ਉਹਨਾਂ ਦਾ ਪ੍ਰਕਾਰ ਆਕਾਰ ਸਭ ਖਤਮ ਹੋ ਜਾਂਦਾ। ਤੇ ਜਿਹੜਾ ਸੰਤਾਂ ਤੇ ਚੜ੍ਹ ਕੇ ਆਉਂਦਾ ਹੈ, ਭਲੇ ਪੁਰਸ਼ਾਂ ਦਾ ਵਿਰੋਧੀ ਬਣਦਾ ਹੈ, ਮਹਾਰਾਜ ਦੇ ਬਚਨ ਨੇ ਉਹ ਗੜੇ ਵਾਂਗੂ ਆਪੇ ਗਲ ਜਾਂਦਾ, ਆਪੇ ਹੀ ਖਤਮ ਹੋ ਜਾਂਦਾ ਹੈ। ਤੁਮ ਲੋ ਪ੍ਰਾਪਤ ਹੋਵੈ ਨਾ, ਹੇ ਸ੍ਰੀ ਹਰਿ ਰਾਏ ਜੀ ਤੁਹਾਡੇ ਤੱਕ ਨਹੀਂ ਪਹੁੰਚ ਸਕਣਗੇ ਦੁਸ਼ਟ। ਇਹ ਬਰ ਤੁਮ ਕੋ ਅਨਮਿਟ ਜਾਨੋ, ਇਹ ਤੁਹਾਨੂੰ ਜਿਹੜਾ ਅਸੀਂ ਬਚਨ ਕਿਹਾ ਇਹ ਅਮਿਟ ਹੈ। ਗੁਰੂ ਦਾ ਬਚਨ ਕਦੀ ਮਿਟਦਾ ਨਹੀਂ ਹੈ। ਸਾਧ ਸੰਗਤ ਜੀ ਬੈਠੇ ਸਦਾ ਆਨੰਦ ਕੋ ਠਾਂ, ਸਦਾ ਪ੍ਰਭੂ ਦੀ ਯਾਦ ਵਿੱਚ ਬੈਠੇ ਆਨੰਦ ਦਾ ਅਨੁਭਵ ਕਰੋ। ਸੁਨ ਸ੍ਰੀ ਹਰਿ ਰਾਏ ਆਨੰਦੇ। ਇਸ ਤਰ੍ਹਾਂ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਬਹੁਤ ਆਨੰਦ ਵਿੱਚ, ਆਤਮ ਅਵਸਥਾ ਵਿੱਚ ਲੀਨ ਹੋਏ ਸੁਣ ਕੇ। ਚਰਨ ਪਿਤਾਸੇ ਕੇ ਜੁਗ ਬੰਦੇ, ਚਰਨ ਪਿਤਾਮੇ ਕੇ ਜੁਗ ਬੰਦੇ। ਦੋਵੇਂ ਪਿਤਾਮਾ ਦਾਦਾ ਗੁਰੂ ਗੁਰੂ ਹਰਗੋਬਿੰਦ ਸਾਹਿਬ ਮੇਰੀਆਂ ਪੀਰੀਆਂ ਦੇ ਦਾਤੇ ਦੇ ਚਰਨਾਂ ਤੇ ਸਿਰ ਰੱਖ ਦਿੱਤਾ। ਦੇਖੋ ਫਿਰ ਨਿਰਮਾਣਤਾ ਹੈ। ਭਾਵੇਂ ਉਹਨਾਂ ਗੱਦੀ ਦੇ ਦਿੱਤੀ ਹੋਈ ਹੈ, ਪਰਿਕਰਮਾ ਕੀਤੀਆਂ ਨੇ, ਗੁਰਿਆਈ ਦਾ ਤਿਲਕ ਲੱਗ ਗਿਆ ਹੈ, ਪਰ ਫਿਰ ਵੀ ਦਾਦਾ ਗੁਰੂ ਗੁਰੂ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਤੇ ਸਿਰ ਰੱਖ ਦਿੱਤਾ। ਅਗਲਾ ਪ੍ਰਸੰਗ ਮਹਾਰਾਜ ਜੀ ਦੇ ਸੱਚਖੰਡ ਪਿਆਨੇ ਦਾ ਆਪ ਕੱਲ ਸਰਵਣ ਕਰੋਗੇ।
ਇਸ ਵੇਲੇ ਵਕਤ ਦਾ ਤਕਾਜ਼ਾ ਹੈ, ਇੰਨੇ ਹੀ ਬਚਨ ਪ੍ਰਵਾਨ ਕਰਨੇ। ਬੜੀ ਇਕਾਗਰਤਾ ਨਾਲ ਆਪ ਨੇ ਸਰਵਣ ਕੀਤਾ। ਮਹਾਨ ਬ੍ਰਹਮ ਗਿਆਨੀ ਆਤਮਾ ਸੰਤ ਬਾਬਾ ਭਾਗ ਸਿੰਘ ਜੀ, ਸੰਤ ਬਾਬਾ ਤਰਲੋਚਨ ਸਿੰਘ ਜੀ, ਸੰਤ ਬਾਬਾ ਕਰਤਾਰ ਸਿੰਘ ਜੀ, ਮਹਾਂਪੁਰਖਾਂ ਦੀ ਯਾਦ ਨੂੰ ਸਮਰਪਿਤ ਹੁੰਦਿਆਂ ਹੋਇਆਂ ਅੱਜ ਸਵੇਰੇ 27 ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ। 27 ਪਾਠਾਂ ਦੀ ਲੜੀ ਪ੍ਰਾਰੰਭ ਹੋਈ ਹੈ। 31 ਨੂੰ ਸਮਾਪਤ ਹੋਏਗੀ, ਅੱਗੋਂ ਹੋਰ ਇੰਨੇ ਹੀ ਆਰੰਭ ਹੋ ਜਾਣ। ਸਾਰੇ ਕਿੰਨੇ ਹੋਣਗੇ? 130 ਅਖੰਡ ਪਾਠ 8 ਤਰੀਕ ਸਮਾਪਤ ਹੋਣਗੇ। ਆਉਣ ਵਾਲੀ 26 ਮਾਘ ਨੂੰ ਉਹਨਾਂ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਯਾਦ ਵਿੱਚ ਦੇਸ਼ ਭਰ ਤੋਂ ਵਿਦੇਸ਼ਾਂ ਤੋਂ ਸੰਗਤਾਂ ਪਹੁੰਚ ਕੇ ਪਟਨਾ ਸਾਹਿਬ, ਬਹੁਤ ਸੁਭਾਗੇ ਹੋ ਤੁਸੀਂ ਪਰਿਵਾਰ ਜਿਹੜੇ ਮਹਾਂਪੁਰਸ਼ਾਂ ਦੀ ਯਾਦ ਨੂੰ ਸਮਰਪਿਤ ਹੁੰਦਿਆਂ ਉਸ ਦੀ ਯਾਦ ਨਾਲ ਜੁੜੇ ਹੋ, ਜਿਹਦੇ ਨਾਲ ਉਹਨਾਂ ਨੇ ਜੋੜਿਆ, ਕਿਸੇ ਬੰਦੇ ਦੀ ਯਾਦ ਨਾਲ ਨਹੀਂ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਯਾਦ ਨਾਲ ਆਪ ਜੁੜੇ ਹੋ। ਜਿਨ੍ਹਾਂ ਨੇ ਵੀ ਇਹ ਅਖੰਡ ਪਾਠ ਆਪਣੇ ਪ੍ਰਾਰੰਭ ਕਰਵਾਏ ਨੇ ਉਹ ਸਾਰੇ ਹੀ ਸੁਭਾਗੇ ਨੇ। ਮਹਾਰਾਜ ਮਿਹਰਾਂ ਕਰ ਦੇਵਣ ਤੇ ਜੀਵਨ ਸਫਲ ਹੋਵੇ, ਸੇਵਾ ਸਫਲ ਹੋਵੇ। ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਵੱਡੀਆਂ ਹਸਤੀਆਂ ਸਿੱਖ ਜਗਤ ਦੀਆਂ ਹਾਜ਼ਰੀਆਂ ਭਰ ਰਹੀਆਂ ਨੇ। ਸੰਤ ਬਾਬਾ ਗੁਰਮੀਤ ਸਿੰਘ ਜੀ ਖੋਸਾ ਕੋਟਲਾ ਵਾਲੇ, ਸਰਦਾਰ ਇੰਦਰਜੀਤ ਸਿੰਘ ਜੀ ਜਨਰਲ ਸਕੱਤਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਸੰਤ ਬਾਬਾ ਅਵਤਾਰ ਸਿੰਘ ਜੀ। ਮੈਂ ਜਦ ਸਵੇਰੇ 2:45 ਵਜੇ ਪਹੁੰਚਦਾ ਮਹਾਰਾਜ ਜੀ ਦੇ ਘਰ ਝਾੜੂ ਲਾਉਣ ਵਾਸਤੇ, ਸੇਵਾ ਕਰਨ ਵਾਸਤੇ, ਤੇ ਆਪ ਪਿਛਲੇ ਪਾਸੇ ਬੈਠੇ ਜਾਪ ਕਰ ਰਹੇ ਹੁੰਦੇ ਨੇ, ਨਿਤਨੇਮ ਕਰ ਰਹੇ ਹੁੰਦੇ ਨੇ। ਗੁਰਸਿੱਖ ਦਾ ਜੀਵਨ ਹੀ ਇਹ ਹੈਗਾ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਇਹ ਵੱਡੀ ਵਡਿਆਈ ਹੈ, ਵੱਡੀ ਬਖਸ਼ਿਸ਼ ਹੈ। ਸਤਿਗੁਰੂ ਸਾਰਿਆਂ ਦੀ ਝੋਲੀ 'ਚ ਪਾ ਕੇ ਨਿਵਾਜਣ। ਬਾਰੰਬਾਰ ਸਭ ਦਾ ਹਾਰਦਿਕ ਤੌਰ ਤੇ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਸਾਰੇ ਮਿਲ ਕੇ 2 ਮਿੰਟ ਮਹਾਮੰਤਰ ਗੁਰਮੰਤਰ ਦੇ ਜਾਪ ਕਰੀਏ, ਫਿਰ ਅਰਦਾਸ ਤੇ ਖਿਮਾ ਪ੍ਰਾਰਥੀ ਹੋਵਾਂਗੇ। ਵਾਹਿਗੁਰੂ 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 ਵਾਹਿਗੁਰੂ। ਸਾਰੇ ਜਪੋ ਵਾਹਿਗੁਰੂ 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 ਵਾਹਿਗੁਰੂ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।